ਸਤਿ ਸ਼੍ਰੀ ਅਕਾਲ ਜੀ। ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ, ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ। ਉਮੀਦ ਹੈ ਤੁਸੀਂ ਬਾਕੀ ਕਹਾਣੀਆਂ ਦੀ ਤਰ੍ਹਾਂ ਇਸ ਕਹਾਣੀ ਨੂੰ ਵੀ ਬੇਹੱਦ ਪਿਆਰ ਦਿਓਗੇ, ਪਸੰਦ ਕਰੋਗੇ ਅਤੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ। ਅਤੇ ਦੋਸਤੋ, ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਤੁਸੀਂ ਸਾਡੇ ਚੈਨਲ ਬਾਰੇ ਅਤੇ ਕਹਾਣੀਆਂ ਬਾਰੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ। ਦੋਸਤੋ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ। ਮੇਰੇ ਵਿਆਹ ਨੂੰ 2 ਸਾਲ ਹੋ ਚੁੱਕੇ ਸਨ ਅਤੇ ਵਿਆਹ ਦੇ ਪਹਿਲੇ ਦਿਨ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਆਪਣੀ ਸੱਸ ਤੇ ਨਨਾਣ ਨੂੰ ਖੁਸ਼ ਰੱਖਣਾ ਹੋਵੇਗਾ। ਮੇਰਾ ਘਰਵਾਲਾ ਤਾਂ ਮੇਰੀ ਹਰ ਇੱਕ ਨਿੱਕੀ ਨਿੱਕੀ ਗੱਲ ਮੰਨਦਾ ਸੀ ਤੇ ਮੇਰੀ ਸੱਸ ਦਾ ਸੁਭਾਅ ਵੀ ਬਹੁਤ ਵਧੀਆ ਸੀ, ਪਰ ਮੇਰੀ ਨਨਾਣ ਬਹੁਤ ਗੁੱਸੇ ਵਾਲੇ ਸੁਭਾਅ ਦੀ ਸੀ। ਮੇਰੀ ਨਨਾਣ ਦੀ ਉਮਰ 37 ਸਾਲ ਦੀ ਹੋ ਗਈ ਸੀ, ਪਰ ਉਸ ਦਾ ਵਿਆਹ ਅਜੇ ਤੱਕ ਵੀ ਨਹੀਂ ਹੋਇਆ ਸੀ। ਇਸੇ ਕਰਕੇ ਉਸ ਦਾ ਸੁਭਾਅ ਚਿੜਚਿੜਾ ਹੋ ਚੁੱਕਿਆ ਸੀ। ਮੇਰਾ ਘਰਵਾਲਾ ਵੀ ਮੇਰੀ ਨਨਾਣ ਤੋਂ ਬਹੁਤ ਡਰਦਾ ਸੀ। ਉਹ ਜਿਵੇਂ ਕਹਿੰਦੀ ਉਸ ਦੀ ਗੱਲ ਚੁੱਪ-ਚਾਪ ਮੰਨ ਲੈਂਦਾ ਸੀ। ਇੱਕ ਵਾਰ ਮੇਰੇ ਘਰਵਾਲੇ ਨੇ ਮੇਰੇ ਲਈ ਲਾਲ ਰੰਗ ਦੀਆਂ ਚੂੜੀਆਂ ਲਿਆਂਦੀਆਂ ਤੇ ਮੈਂ ਵੀ ਖੁਸ਼ੀ-ਖੁਸ਼ੀ ਪਾ ਲਈਆਂ। ਜਦੋਂ ਵੀ ਮੈਂ ਕੋਈ ਕੰਮ ਕਰਦੀ ਤਾਂ ਚੂੜੀਆਂ ਛਣਕਣ ਦੀ ਆਵਾਜ਼ ਸਾਰੇ ਘਰ ਵਿੱਚ ਗੂੰਜਦੀ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਚੂੜੀਆਂ ਛਣਕਣ ਦੀ ਆਵਾਜ਼ ਸੁਣ ਕੇ ਮੇਰੀ ਨਨਾਣ ਕਮਰੇ ਵਿੱਚੋਂ ਆਈ ਅਤੇ ਆ ਕੇ ਮੈਨੂੰ ਕਹਿਣ ਲੱਗੀ ਕਿ ਤੂੰ ਮੈਨੂੰ ਮਚਾਉਣ ਦੇ ਲਈ ਇਹ ਚੂੜੀਆਂ ਪਾਈਆਂ ਨੇ, ਕਿਉਂਕਿ ਤੇਰਾ ਤਾਂ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ। ਮੈਂ 37 ਸਾਲਾਂ ਦੀ ਹੋ ਕੇ ਵੀ ਆਪਣੇ ਮਾਪਿਆਂ ਦੇ ਘਰ ਬੈਠੀ ਹਾਂ। ਮੈਂ ਆਪਣੀ ਨਨਾਣ ਦਾ ਇਹ ਰੂਪ ਦੇਖ ਕੇ ਡਰ ਗਈ। ਮੈਂ ਡਰਦੀ ਹੋਈ ਨੇ ਕਿਹਾ, ਨਹੀਂ ਦੀਦੀ, ਮੇਰੀ ਇਸ ਤਰ੍ਹਾਂ ਦੀ ਸੋਚ ਨਹੀਂ ਸੀ। ਇਹ ਚੂੜੀਆਂ ਤਾਂ ਤੇਰੇ ਪ੍ਰਗਟ ਵੀਰੇ ਨੇ ਮੈਨੂੰ ਲਿਆ ਕੇ ਦਿੱਤੀਆਂ ਸੀ। ਮੈਂ ਪਾ ਲਈਆਂ ਉਹਨਾਂ ਦੀ ਖੁਸ਼ੀ ਦੇ ਲਈ। ਮੈਨੂੰ ਰੱਬ ਦੀ ਸਹੁੰ ਲੱਗੇ ਜੇ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਕੋਈ ਖਿਆਲ ਹੋਵੇ। ਮੈਂ ਅਜੇ ਇੰਨਾ ਹੀ ਕਿਹਾ ਸੀ ਕਿ ਮੇਰੀ ਨਨਾਣ ਉੱਚੀ-ਉੱਚੀ ਰੋਣ ਲੱਗ ਪਈ। ਉਸ ਨੂੰ ਰੋਂਦੀ ਨੂੰ ਸੁਣ ਕੇ ਮੇਰੀ ਸੱਸ ਤੇ ਮੇਰੇ ਘਰਵਾਲਾ ਭੱਜ ਕੇ ਆਏ। ਮੇਰੀ ਸੱਸ ਨੇ ਆ ਕੇ ਮੇਰੀ ਨਨਾਣ ਨੂੰ ਪੁੱਛਿਆ ਕਿ ਕੀ ਹੋ ਗਿਆ ਤੈਨੂੰ, ਤੂੰ ਕਿਉਂ ਰੋ ਰਹੀ ਹੈ? ਤਾਂ ਮੇਰੀ ਨਨਾਣ ਨੇ ਰੋਂਦੀ ਹੋਈ ਨੇ ਕਿਹਾ, ਭਾਬੀ ਨੇ ਜੋ ਲਾਲ ਰੰਗ ਦੀਆਂ ਚੂੜੀਆਂ ਪਾਈਆਂ, ਇਹ ਮੈਨੂੰ ਮਚਾਉਣ ਦੀ ਖਾਤਰ ਪਾਈਆਂ ਨੇ। ਮੈਨੂੰ ਕਹਿੰਦੀ ਆ ਕਿ ਤੂੰ ਤਾਂ ਆਪਣੇ ਮਾਂ-ਬਾਪ ਦੇ ਘਰ ਬੁੱਢੀ ਹੋ ਗਈ। ਤੂੰ ਕੀ ਜਾਣੇ, ਇਹ ਤਾਂ ਸੁਹਾਗ ਦੀ ਨਿਸ਼ਾਨੀ ਹੈ। ਇਹ ਤਾਂ ਸੁਹਾਗਣਾ ਹੀ ਪਾਉਂਦੀਆਂ ਨੇ। ਜਦੋਂ ਮੇਰੀ ਨਨਾਣ ਨੇ ਇਹ ਗੱਲ ਆਖੀ ਤਾਂ ਮੇਰੀ ਸੱਸ ਮੇਰੇ ਵੱਲ ਘੂਰ-ਘੂਰ ਕੇ ਵੇਖਣ ਲੱਗੀ। ਮੈਂ ਆਪਣੀ ਸਫਾਈ ਦਿੰਦੇ ਹੋਏ ਕਿਹਾ, ਨਹੀਂ ਮੰਮੀ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਦੀਦੀ ਤਾਂ ਝੂਠ ਬੋਲ ਰਹੀ ਆ। ਤਾਂ ਮੇਰੀ ਨਨਾਣ ਨੇ ਇੱਕਦਮ ਖੜੀ ਹੋ ਕੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ। ਮੈਂ ਕਦੇ ਆਪਣੀ ਸੱਸ ਦੇ ਵੱਲ ਦੇਖ ਰਹੀ ਸੀ ਤੇ ਕਦੇ ਆਪਣੇ ਘਰ ਵਾਲੇ ਵੱਲ। ਮੈਨੂੰ ਇੰਜ ਲੱਗਦਾ ਸੀ ਕਿ ਉਹ ਮੇਰੇ ਹੱਕ ਵਿੱਚ ਬੋਲਣਗੇ। ਮੇਰੇ ਘਰ ਵਾਲੇ ਨੇ ਮੇਰੀ ਨਨਾਣ ਨੂੰ ਕੁਝ ਵੀ ਨਾ ਕਿਹਾ। ਮੈਂ ਰੋਂਦੀ-ਰੋਂਦੀ ਆਪਣੇ ਕਮਰੇ ਵਿੱਚ ਆ ਗਈ। ਛੋਟੀ ਉਮਰ ਹੋਣ ਕਰਕੇ ਮੇਰੇ ਵਿੱਚ ਸਹਿਣ ਸ਼ਕਤੀ ਬਹੁਤ ਘੱਟ ਸੀ। ਮੇਰੇ ਦਿਲ ਵਿੱਚ ਇਹ ਗੱਲ ਆ ਰਹੀ ਸੀ ਕਿ ਮੈਂ ਇਹ ਘਰ ਛੱਡ ਕੇ ਚਲੀ ਜਾਵਾਂਗੀ। ਮੈਂ ਜਲਦੀ-ਜਲਦੀ ਆਪਣੇ ਕੱਪੜੇ ਬੈਗ ਵਿੱਚ ਪਾਏ। ਜਦੋਂ ਮੈਂ ਕਮਰੇ ਵਿੱਚ ਆਈ ਤਾਂ ਮੇਰਾ ਪਤੀ ਮੇਰੇ ਮਗਰ ਇੱਕ ਵਾਰ ਵੀ ਨਾ ਆਇਆ। ਮੈਂ ਆਪਣੇ ਕੱਪੜੇ ਬੈਗ ਵਿੱਚ ਪਾ ਰਹੀ ਸੀ, ਨਾਲੇ ਮਨ ਹੀ ਮਨ ਸੋਚ ਰਹੀ ਸੀ ਕਿ ਮੇਰੇ ਪਤੀ ਮੈਨੂੰ ਆ ਕੇ ਰੋਕਣਗੇ ਤੇ ਮੇਰੀ ਨਨਾਣ ਨੂੰ ਕਹਿਣਗੇ ਕਿ ਆਪਣੀ ਭਾਬੀ ਕੋਲੋਂ ਮਾਫ਼ੀ ਮੰਗ। ਪਰ 1 ਘੰਟਾ ਹੋ ਗਿਆ ਸੀ, ਉਹ ਮੇਰੇ ਕਮਰੇ ਵਿੱਚ ਇੱਕ ਵਾਰ ਵੀ ਨਹੀਂ ਸੀ ਆਏ। ਮੈਂ ਬਸ ਪੱਕਾ ਮਨ ਬਣਾ ਲਿਆ ਸੀ ਕਿ ਇੱਥੋਂ ਮੈਂ ਚਲੀ ਜਾਵਾਂਗੀ। ਮੈਂ ਆਪਣਾ ਬੈਗ ਬੰਦ ਕਰਿਆ ਤੇ ਆਪਣੇ ਕਮਰੇ ਵਿੱਚੋਂ ਨਿਕਲੀ ਤਾਂ ਮੇਰੀ ਨਨਾਣ, ਸਰਬੀ, ਮੇਰੀ ਸੱਸ ਤੇ ਮੇਰੇ ਘਰਵਾਲਾ ਇਕੱਠੇ ਸਿਰ ਜੋੜ ਕੇ ਬੈਠੇ ਘੁਸਰ-ਮੁਸਰ ਕਰ ਰਹੇ ਸੀ। ਜਦੋਂ ਮੇਰੇ ਹੱਥ ਵਿੱਚ ਮੇਰੇ ਘਰਵਾਲੇ ਨੇ ਬੈਗ ਦੇਖਿਆ ਤਾਂ ਉਹ ਘਬਰਾ ਗਏ ਤੇ ਮੈਨੂੰ ਕਹਿਣ ਲੱਗੇ, ਤੂੰ ਕਿੱਥੇ ਜਾ ਰਹੀ ਹੈਂ? ਮੈਂ ਕਿਹਾ, ਮੈਂ ਇਹ ਘਰ ਛੱਡ ਕੇ ਜਾ ਰਹੀ ਹਾਂ। ਜਦੋਂ ਮੇਰੀ ਇਸ ਘਰ ਵਿੱਚ ਕੋਈ ਇੱਜ਼ਤ ਹੀ ਨਹੀਂ ਤਾਂ ਮੈਂ ਇੱਥੇ ਰਹਿ ਕੇ ਕੀ ਕਰਨਾ? ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਪਾਗਲ ਨਾ ਬਣ, ਇਸ ਗੱਲ ਨੂੰ ਆਪਾਂ ਬੈਠ ਕੇ ਸੁਲਝਾ ਲਵਾਂਗੇ। ਪਰ ਮੇਰੇ ਦਿਲ ਵਿੱਚ ਬਹੁਤ ਗੁੱਸਾ ਸੀ। ਮੈਂ ਕਿਹਾ, ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ। ਪਹਿਲਾਂ ਤੁਹਾਡੀ ਭੈਣ ਮੇਰੇ ਤੋਂ ਮਾਫ਼ੀ ਮੰਗੇ। ਮੈਂ ਓਨਾ ਚਿਰ ਇਸ ਘਰ ਵਿੱਚ ਨਹੀਂ ਰਹਾਂਗੀ, ਕਿਉਂਕਿ ਮੇਰੀ ਕੋਈ ਗਲਤੀ ਨਹੀਂ। ਮੈਂ ਕੁਝ ਨਹੀਂ ਸੀ ਕਿਹਾ। ਜਦੋਂ ਮੈਂ ਇਸ ਤਰ੍ਹਾਂ ਕਿਹਾ ਤਾਂ ਮੇਰਾ ਪਤੀ ਅੱਗੋਂ ਕੁਝ ਨਾ ਬੋਲਿਆ। ਤਾਂ ਮੇਰੀ ਸੱਸ ਕਹਿਣ ਲੱਗੀ, ਜਾਣਦੇ ਇਸ ਵੱਡੀ ਕਾਲੀ ਨੂੰ, ਮੈਂ ਵੀ ਦੇਖਦੀ ਹਾਂ ਕਿ ਇਹ ਆਪਣੇ ਪੇਕੇ ਘਰ ਕਿੰਨਾ ਕੁ ਚਿਰ ਬੈਠਦੀ ਹੈ। ਮੇਰੇ ਪਤੀ ਨੇ ਮੈਨੂੰ ਇੱਕ ਵਾਰ ਵੀ ਨਾ ਰੋਕਿਆ। ਉਦੋਂ ਮੇਰਾ ਦਿਲ ਟੁੱਟ ਗਿਆ, ਕਿਉਂਕਿ ਸਹੁਰੇ ਪਰਿਵਾਰ ਵਿੱਚ ਇੱਕ ਪਤੀ ਹੀ ਹੁੰਦਾ ਹੈ ਜਿਸ ਦੇ ਆਸਰੇ ਇੱਕ ਔਰਤ ਰਹਿੰਦੀ ਹੈ। ਜਦੋਂ ਉਹੀ ਉਸ ਦੇ ਖਿਲਾਫ ਹੋ ਜਾਵੇ ਤਾਂ ਉਸ ਘਰ ਵਿੱਚ ਇੱਕ ਪਲ ਵੀ ਨਹੀਂ ਦਿਲ ਲੱਗਦਾ। ਅੱਜ ਮੇਰਾ ਦਿਲ ਬਿਲਕੁਲ ਟੁੱਟ ਚੁੱਕਿਆ ਸੀ। ਮੈਂ ਆਪਣਾ ਬੈਗ ਚੁੱਕਿਆ ਤੇ ਗੇਟ ਵਿੱਚੋਂ ਤੁਰ ਪਈ। ਇੱਕ ਸ਼ਹਿਰ ਵਿੱਚ ਹੀ ਮੇਰੇ ਪੇਕੇ ਤੇ ਸਹੁਰੇ ਸਨ। ਮੈਨੂੰ ਜਾਣ ਵਿੱਚ ਜ਼ਿਆਦਾ ਟਾਈਮ ਨਾ ਲੱਗਿਆ।
ਮੈਂ ਜਦੋਂ ਆਪਣੇ ਪੇਕੇ ਘਰ ਪਹੁੰਚੀ ਤਾਂ ਮੇਰੀ ਮਾਂ ਮੈਨੂੰ ਦੇਖ ਕੇ ਘਬਰਾ ਗਈ। ਤਾਂ ਮੇਰਾ ਭਰਾ ਵੀ ਆ ਗਿਆ ਤੇ ਮੈਨੂੰ ਪੁੱਛਣ ਲੱਗੇ ਕਿ ਕੀ ਹੋਇਆ ਤੈਨੂੰ। ਮੈਂ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਮੇਰੀ ਨਨਾਣ ਨੇ ਝੂਠ ਬੋਲ ਕੇ ਮੇਰੇ ਮੂੰਹ ਉੱਪਰ ਥੱਪੜ ਮਾਰਿਆ। ਮੈਂ ਜਦੋਂ ਸਾਰੀ ਗੱਲ ਦੱਸੀ ਤਾਂ ਮੇਰੀ ਮਾਂ ਨੇ ਕਿਹਾ ਕਿ ਜਦੋਂ ਤੇਰੇ ਪਾਪਾ ਆਉਣਗੇ ਤਾਂ ਆਪਾਂ ਉਦੋਂ ਗੱਲ ਕਰਾਂਗੇ। ਜਦੋਂ ਮੈਂ ਉਹਨਾਂ ਨਾਲ ਗੱਲ ਕਰਕੇ ਹਟੀ ਤਾਂ ਮੇਰਾ ਭਰਾ ਵੀ ਮੇਰੀ ਨਨਾਣ ਦੇ ਹੱਕ ਵਿੱਚ ਬੋਲਿਆ। ਮੈਨੂੰ ਆਪਣੇ ਭਰਾ 'ਤੇ ਬਹੁਤ ਗੁੱਸਾ ਆਇਆ ਕਿ ਉਹ ਆਪਣੀ ਭੈਣ ਦੇ ਹੱਕ ਵਿੱਚ ਨਹੀਂ ਬੋਲਿਆ, ਬਲਕਿ ਉਸਨੇ ਮੇਰੀ ਨਨਾਣ ਦੀ ਤਰਫਦਾਰੀ ਕੀਤੀ। ਇਹਨਾਂ ਨੂੰ ਪਾਪਾ ਆ ਗਏ। ਮੈਂ ਪਾਪਾ ਨੂੰ ਸਾਰੀ ਗੱਲ ਦੱਸੀ ਤੇ ਪਾਪਾ ਦੇ ਗਲ ਲੱਗ ਕੇ ਰੋਣ ਲੱਗ ਪਈ। ਪਾਪਾ ਨੇ ਮੈਨੂੰ ਬਹੁਤ ਸਮਝਾਇਆ ਕਿ ਬੇਟਾ, ਉਹ ਤੇਰਾ ਸਹੁਰਾ ਘਰ ਆ, ਤੈਨੂੰ ਵੀ ਥੋੜ੍ਹਾ ਬਹੁਤ ਸਹਿਣ ਕਰਨਾ ਪਵੇਗਾ ਤੇ ਉਹਨਾਂ ਦੇ ਮੁਤਾਬਿਕ ਚੱਲਣਾ ਪਵੇਗਾ। ਜਦੋਂ ਮੈਂ ਪਾਪਾ ਦੀ ਇਹ ਗੱਲ ਸੁਣੀ ਤਾਂ ਮੇਰੀ ਮੰਮੀ ਘਬਰਾ ਗਈ ਤੇ ਮੰਮੀ ਨੇ ਕਿਹਾ ਕਿ ਮੇਰੀ ਧੀ ਦਾ ਜਦੋਂ ਕਸੂਰ ਹੀ ਨਹੀਂ ਤਾਂ ਫਿਰ ਉਹ ਕਿਉਂ ਝੱਲੇ ਉਹਨਾਂ ਦਾ ਰੋਹਬ। ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਮੈਂ ਉਸ ਘਰ ਵਿੱਚ ਕਦੇ ਨਹੀਂ ਜਾਵਾਂਗੀ। ਇੱਕ ਹਫ਼ਤਾ ਲੰਘ ਗਿਆ ਪਰ ਮੇਰੇ ਪਤੀ ਦਾ ਕੋਈ ਫ਼ੋਨ ਨਾ ਆਇਆ। ਇੱਕ ਦਿਨ ਅਚਾਨਕ ਮੇਰੀ ਸੱਸ ਦਾ ਫ਼ੋਨ ਆਇਆ ਕਿ ਅੱਜ ਤੈਨੂੰ ਪ੍ਰਗਟ ਲੈਣ ਆਵੇਗਾ। ਮੈਨੂੰ ਪਹਿਲਾਂ ਤਾਂ ਬਹੁਤ ਗੁੱਸਾ ਆਇਆ ਕਿ ਮੇਰੇ ਪਤੀ ਦਾ ਹੱਕ ਬਣਦਾ ਸੀ ਫ਼ੋਨ ਕਰਨ ਦਾ। ਫਿਰ ਮੈਂ ਸੋਚਿਆ ਚਲੋ ਕੋਈ ਨਾ, ਕਿਸੇ ਨੇ ਤਾਂ ਕਿਹਾ ਕਿ ਤੂੰ ਘਰ ਆ ਜਾ। ਦੁਪਹਿਰ ਕੁ ਦਾ ਟਾਈਮ ਸੀ। ਸਾਡੇ ਗੇਟ 'ਤੇ ਬੈਲ ਵੱਜੀ ਤਾਂ ਜਦੋਂ ਦਰਵਾਜ਼ਾ ਖੋਲ੍ਹਿਆ ਪ੍ਰਗਟ ਮੈਨੂੰ ਲੈਣ ਲਈ ਆਏ ਸੀ। ਉਹਨਾਂ ਨੇ ਚਾਹ ਪਾਣੀ ਪੀਤਾ ਤੇ ਅਸੀਂ ਸ਼ਾਮ ਨੂੰ ਆਪਣੇ ਘਰ ਆ ਗਏ। ਜਦੋਂ ਮੈਂ ਘਰ ਆਈ ਤਾਂ ਮੈਂ ਆਪਣੀ ਸੱਸ ਦਾ ਤੇ ਨਨਾਣ ਦਾ ਬਦਲਿਆ ਸੁਭਾਅ ਦੇਖਿਆ ਤਾਂ ਮੈਨੂੰ ਯਕੀਨ ਨਾ ਆਇਆ। ਮੇਰੇ ਨਨਾਣ ਨੇ ਪਹਿਲਾਂ ਮੇਰੇ ਤੋਂ ਮਾਫ਼ੀ ਮੰਗੀ, ਫਿਰ ਕਹਿਣ ਲੱਗੀ, ਭਾਬੀ ਮੇਰੇ ਤੋਂ ਗਲਤੀ ਹੋ ਗਈ ਹੈ। ਮੈਂ ਜਾਣ ਬੁੱਝ ਕੇ ਤੈਨੂੰ ਦੁਖੀ ਕਰਨ ਮਾਰੀ ਨੇ ਇਹ ਸਭ ਕੁਝ ਕਰਿਆ ਸੀ। ਹੁਣ ਮੇਰੀ ਸੱਸ ਤੇ ਨਨਾਣ ਮੇਰੇ ਨਾਲ ਕੰਮ ਵੀ ਕਰਵਾ ਦਿੰਦੀਆਂ ਸੀ। ਅਗਲੇ ਦਿਨ ਮੈਂ ਰਸੋਈ ਵਿੱਚ ਚਾਹ ਬਣਾ ਰਹੀ ਸੀ ਤਾਂ ਮੇਰੀ ਸੱਸ ਨੇ ਕਿਹਾ, ਜੇਕਰ ਆਪਣੀ ਸਰਬੀ ਦਾ ਰਿਸ਼ਤਾ ਤੇਰੀ ਪੱਕੀ ਸਹੇਲੀ ਰਾਜਵੀਰ ਦੇ ਭਰਾ ਨਾਲ ਹੋ ਜਾਵੇ ਤਾਂ ਵਧੀਆ ਰਹੂ, ਕਿਉਂਕਿ ਉਸਦੇ ਭਰਾ ਦੀ ਉਮਰ ਵੀ ਥੋੜ੍ਹੀ ਵੱਡੀ ਹੋ ਗਈ ਸੀ। ਜ਼ਿਆਦਾ ਜਾਇਦਾਦ ਨਾ ਹੋਣ ਕਰਕੇ ਰਾਜਵੀਰ ਦੇ ਭਰਾ ਦਾ ਵੀ ਅਜੇ ਤੱਕ ਵਿਆਹ ਨਹੀਂ ਸੀ ਹੋਇਆ। ਮੈਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਤੇ ਮੈਂ ਕਿਹਾ, ਮੰਮੀ ਜੀ ਇਹ ਰਿਸ਼ਤਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਤੇ ਬਾਅਦ ਵਿੱਚ ਉਸਨੇ ਇਹ ਗੱਲ ਕਹੀ ਕਿ ਤੂੰ ਇਹ ਗੱਲ ਪ੍ਰਗਟ ਕੋਲ ਨਾ ਕਰੀਂ। ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ ਕਿਉਂਕਿ ਪ੍ਰਗਟ ਦਾ ਪਤਾ ਨਹੀਂ ਕਿ ਉਹ ਕੀ ਬੋਲੇ। ਮੈਂ ਸਿਰਫ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਮੇਰੇ ਤੋਂ ਅੱਗੇ ਬੋਲਿਆ ਨਾ ਗਿਆ। ਜਦੋਂ ਮੇਰੀ ਸੱਸ ਚਲੀ ਗਈ ਤਾਂ ਮੈਂ ਆਪਣਾ ਕੰਮ ਖਤਮ ਕਰਿਆ ਤੇ ਆਪਣੇ ਪੇਕੀ ਆਪਣੀ ਮੰਮੀ ਨੂੰ ਫ਼ੋਨ ਕਰਿਆ ਤੇ ਆਪਣੀ ਸੱਸ ਦੀ ਸਾਰੀ ਗੱਲ ਦੱਸੀ। ਮੇਰੀ ਮੰਮੀ ਵੀ ਮੇਰੀ ਸੱਸ ਦੀ ਗੱਲ ਸੁਣ ਕੇ ਹੱਕੀ ਬੱਕੀ ਰਹਿ ਗਈ। ਉਸਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਦੇਖ, ਜੇਕਰ ਤੂੰ ਇਹ ਰਿਸ਼ਤਾ ਕਰਵਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕੱਲ੍ਹ ਨੂੰ ਤੁਹਾਡੀ ਦੋਵਾਂ ਪੱਕੀਆਂ ਸਹੇਲੀਆਂ ਦੀ ਦੋਸਤੀ ਖਰਾਬ ਹੋਵੇ ਅਤੇ ਉਹ ਤੈਨੂੰ ਤਾਨੇ ਮਿਹਣੇ ਮਾਰਨ ਕਿ ਤੂੰ ਸਾਨੂੰ ਆਪਣੀ ਨਨਾਣ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ। ਮੈਂ ਇਹ ਗੱਲ ਪ੍ਰਗਟ ਨੂੰ ਦੱਸਣ ਲੱਗੀ ਸੀ। ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮਹੀਨੇ ਤੋਂ ਤਾਂ ਮੈਂ ਆਪਣੇ ਸਹੁਰੇ ਘਰ ਆਈ ਹਾਂ, ਫਿਰ ਮੇਰੀ ਸੱਸ ਤੇ ਨਨਾਣ ਮੇਰੇ ਨਾਲ ਉਹੀ ਸਲੂਕ ਕਰਨਾ ਸ਼ੁਰੂ ਕਰ ਦੇਣਗੀਆਂ। ਮੈਂ ਸੋਚਿਆ ਕਿ ਇਹ ਰਿਸ਼ਤਾ ਤਾਂ ਨਹੀਂ ਹੋ ਸਕਦਾ। ਫਿਰ ਮੈਂ ਇੱਕ ਦਿਨ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਮੇਰੀ ਸੱਸ ਮੇਰੇ ਕੋਲ ਆਈ ਤੇ ਉਸਨੇ ਕਿਹਾ ਕਿ ਮੈਂ ਸਰਬੀ ਲਈ ਇੱਕ ਲੜਕਾ ਲੱਭ ਲਿਆ ਹੈ ਤੇ ਉਸਦੇ ਲਈ ਸਿਰਫ ਵਿਆਹ ਵਾਲੇ ਦਿਨ ਲਈ ਹੀ ਸੂਟ ਖਰੀਦਣਾ ਹੈ। ਤੂੰ ਤੇ ਸਰਬੀ ਬਾਜ਼ਾਰ ਜਾ ਕੇ ਸੂਟ ਜਾਂ ਕੋਈ ਲਹਿੰਗਾ ਵਗੈਰਾ ਲੈ ਆਓ। ਜਦੋਂ ਮੈਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਦਿਲ ਨੂੰ ਸਕੂਨ ਮਿਲਿਆ ਕਿ ਚਲੋ ਚੰਗਾ ਹੋਇਆ, ਇਹ ਸਰਬੀ ਨਾਂ ਦੀ ਬਲਾ ਵੀ ਮੇਰੇ ਗਲੋਂ ਲਹਿ ਜਾਵੇਗੀ। ਮੈਂ ਵੀ ਆਪਣੇ ਘਰ ਵਿੱਚ ਸੁੱਖ ਦਾ ਸਾਹ ਲਵਾਂਗੀ। ਫਿਰ ਮੈਨੂੰ ਮੇਰੀ ਸੱਸ ਨੇ ਕਿਹਾ ਕਿ ਇਹ ਗੱਲ ਅਜੇ ਤੂੰ ਪ੍ਰਗਟ ਕੋਲ ਨਾ ਕਰੀਂ। ਮੈਂ ਹੈਰਾਨ ਸੀ ਕਿ ਇੱਕ ਭਰਾ ਨੂੰ ਭੈਣ ਦੇ ਵਿਆਹ ਦਾ ਪਤਾ ਹੀ ਨਾ ਲੱਗੇ, ਇਹ ਕਿਵੇਂ ਹੋ ਸਕਦਾ ਹੈ। ਪਰ ਸਾਡੇ ਘਰ ਵਿੱਚ ਮੇਰੀ ਸੱਸ ਦਾ ਹੁਕਮ ਹੀ ਚੱਲਦਾ ਸੀ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਚਲੋ ਕਿਵੇਂ ਨਾ ਕਿਵੇਂ ਸਹੀ ਇਸ ਬਲਾ ਤੋਂ ਖਹਿੜਾ ਤਾਂ ਛੁੱਟੇਗਾ। ਮੇਰੀ ਸੱਸ ਨੇ ਫਿਰ ਦੁਬਾਰਾ ਕਿਹਾ ਕਿ ਤੁਸੀਂ ਹੁਣੇ ਹੀ ਬਾਜ਼ਾਰ ਜਾਓ, ਕੱਲ੍ਹ ਨੂੰ ਸਰਬੀ ਦਾ ਚੁੰਨੀ ਚੜਾਵਾ ਹੈ। ਮੈਂ ਹੋਰ ਕਿਸੇ ਵੀ ਰਿਸ਼ਤੇਦਾਰ ਤੇ ਆਂਢ ਗੁਆਂਢ ਨੂੰ ਨਹੀਂ ਦੱਸਿਆ ਉਸਦੇ ਵਿਆਹ ਬਾਰੇ, ਕਿਉਂਕਿ ਜਦੋਂ ਵੀ ਕੋਈ ਨਾ ਕੋਈ ਰਿਸ਼ਤਾ ਆਉਂਦਾ ਸੀ ਤਾਂ ਉਸਦੇ ਰਿਸ਼ਤੇ ਵਿੱਚ ਅੜਚਨ ਪੈ ਜਾਂਦੀ ਸੀ। ਮੈਨੂੰ ਵੀ ਆਪਣੀ ਸੱਸ ਦੀ ਗੱਲ 'ਤੇ ਵਿਸ਼ਵਾਸ ਹੋ ਗਿਆ। ਅਗਲੇ ਦਿਨ ਮੈਂ ਆਪਣੀ ਨਨਾਣ ਨੂੰ ਪੁੱਛਿਆ ਕਿ ਤੂੰ ਆਪਣੇ ਹੋਣ ਵਾਲੇ ਪਤੀ ਨੂੰ ਦੇਖਿਆ ਤਾਂ ਸਰਬੀ ਨੇ ਸ਼ਰਮਾਉਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਹੋਰ ਕੁਝ ਸਰਬੀ ਤੋਂ ਪੁੱਛਦੀ ਕਿ ਇਸ ਤੋਂ ਪਹਿਲਾਂ ਹੀ ਮੇਰੀ ਸੱਸ ਮੇਰੇ ਕੋਲ ਆ ਗਈ। ਮੇਰੇ ਪਤੀ ਪ੍ਰਗਟ ਵੀ ਰੋਟੀ ਖਾ ਕੇ ਆਪਣੇ ਕੰਮ 'ਤੇ ਚਲੇ ਗਏ ਤਾਂ ਫਿਰ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਬਾਜ਼ਾਰ ਚੱਲਾਂਗੀ, ਆਪਾਂ ਤਿੰਨੋਂ ਹੀ ਬਾਜ਼ਾਰ ਚੱਲਦੀਆਂ ਹਾਂ। ਮੇਰੀ ਸੱਸ ਨੂੰ ਇਹ ਸੀ ਕਿ ਮੈਂ ਸਰਬੀ ਤੋਂ ਕੁਝ ਜ਼ਿਆਦਾ ਨਾ ਪੁੱਛ ਲਵਾਂ।
ਅਸੀਂ ਬਾਜ਼ਾਰ ਚਲੀਆਂ ਗਈਆਂ ਤੇ ਮੇਰੀ ਨਨਾਣ ਨੇ ਲਾਲ ਰੰਗ ਦਾ ਲਹਿੰਗਾ ਪਸੰਦ ਕਰਿਆ। ਮੇਰੀ ਨਨਾਣ ਬਹੁਤ ਖੁਸ਼ ਸੀ। ਅਗਲੇ ਦਿਨ 10 ਵਜੇ ਮੁੰਡੇ ਵਾਲਿਆਂ ਨੇ ਆਉਣਾ ਸੀ। ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਮੰਮੀ, ਬਰਾਤ ਦੇ ਚਾਹ ਪਾਣੀ ਦਾ ਇੰਤਜ਼ਾਮ ਕਿਵੇਂ ਹੋਵੇਗਾ? ਤਾਂ ਮੇਰੀ ਸੱਸ ਨੇ ਕਿਹਾ, ਇਹ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਸਾਰਾ ਇੰਤਜ਼ਾਮ ਕਰਿਆ ਹੋਇਆ ਹੈ। ਮੈਂ ਬਿਊਟੀ ਪਾਰਲਰ ਦਾ ਕੋਰਸ ਕਰਿਆ ਹੋਇਆ ਸੀ। ਤਾਂ ਮੰਮੀ ਨੇ ਮੈਨੂੰ ਕਿਹਾ ਕਿ ਤੂੰ ਹੀ ਸਰਬੀ ਨੂੰ ਤਿਆਰ ਕਰ ਦੇ। ਮੈਂ ਪੂਰੇ ਦਿਲ ਨਾਲ ਸਰਬੀ ਨੂੰ ਤਿਆਰ ਕੀਤਾ ਕਿ ਉਸ ਦਾ ਹੋਣ ਵਾਲਾ ਪਤੀ ਉਸ ਨੂੰ ਦੇਖ ਕੇ ਖੁਸ਼ ਹੋ ਜਾਵੇ। ਤੇ ਜਦੋਂ ਸਰਬੀ ਪੂਰੀ ਤਿਆਰ ਹੋ ਗਈ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਮੇਰੀ ਸੱਸ ਸਰਬੀ ਨੂੰ ਨਾਲ ਲੈ ਗਈ ਤੇ ਮੈਨੂੰ ਕਹਿਣ ਲੱਗੀ, ਹੁਣ ਤੂੰ ਤਿਆਰ ਹੋ ਜਾ ਤੇ ਆਪਾਂ ਬਾਅਦ ਵਿੱਚ ਇਕੱਠੇ ਚੱਲਦੇ ਹਾਂ। ਮੈਂ ਤਿਆਰ ਹੋਣ ਲਈ ਮੇਕਅਪ ਕਰਨ ਲੱਗ ਪਈ ਤਾਂ ਅਚਾਨਕ ਮੇਰੇ ਕਮਰੇ ਦਾ ਗੇਟ ਬੰਦ ਹੋ ਗਿਆ। ਜਦੋਂ ਮੈਂ ਗੇਟ ਨੂੰ ਖੋਲ੍ਹਣ ਲੱਗੀ ਤਾਂ ਗੇਟ ਨਾ ਖੁੱਲ੍ਹਿਆ। ਮੈਂ ਬਹੁਤ ਆਵਾਜ਼ਾਂ ਮਾਰੀਆਂ ਪਰ ਮੇਰੀ ਕਿਸੇ ਨੇ ਕੋਈ ਗੱਲ ਨਾ ਸੁਣੀ। ਥੱਕ ਹਾਰ ਕੇ ਮੈਂ ਅੱਧੇ ਘੰਟੇ ਬਾਅਦ ਬੈੱਡ 'ਤੇ ਪੈ ਗਈ। ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਜਦੋਂ ਪ੍ਰਗਟ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਜਦੋਂ ਕਮਰੇ ਦਾ ਗੇਟ ਖੋਲ੍ਹਿਆ ਤਾਂ ਉਹ ਮੈਨੂੰ ਦੇਖ ਕੇ ਹੱਸਣ ਲੱਗ ਪਏ ਤੇ ਮੈਨੂੰ ਕਹਿੰਦੇ ਕਿ ਇੰਨਾ ਸਜ ਧਜ ਕੇ ਕਿਵੇਂ ਕਮਰਾ ਬੰਦ ਕਰਕੇ ਬੈਠੀ ਹੈ। ਉਦੋਂ ਸ਼ਾਮ ਦਾ ਟਾਈਮ ਸੀ। ਮੇਰੀ ਸੱਸ ਵੀ ਮੇਰੇ ਕੋਲ ਆ ਗਈ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਕਮਰਾ ਬੰਦ ਕਰਕੇ ਬੈਠ ਗਈ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ, ਗੇਟ ਤੁਸੀਂ ਬੰਦ ਕਰਿਆ ਸੀ, ਮੈਂ ਤਾਂ ਤਿਆਰ ਹੋ ਰਹੀ ਸੀ। ਤਾਂ ਮੇਰੀ ਸੱਸ ਨੇ ਗੱਲ ਬਦਲਦੇ ਹੋਏ ਕਿਹਾ, ਨਹੀਂ ਨਹੀਂ, ਮੈਂ ਨਹੀਂ ਕਰਿਆ, ਮੈਂ ਤਾਂ ਕਿਹਾ ਕਿਤੇ ਤੂੰ ਸਾਡੇ ਨਾਲ ਨਹੀਂ ਜਾਣਾ ਚਾਹੁੰਦੀ। ਪ੍ਰਗਟ ਮੇਰੇ ਤੋਂ ਪੁੱਛਣ ਲੱਗਿਆ ਕਿ ਹੋ ਕੀ ਰਿਹਾ ਹੈ। ਮੈਂ ਆਪਣੀ ਸੱਸ ਵੱਲ ਦੇਖਦੇ ਹੋਏ ਕਿਹਾ ਕਿ ਸਰਬੀ ਦਾ ਅੱਜ ਵਿਆਹ ਹੋ ਗਿਆ ਹੈ। ਜਦੋਂ ਮੇਰੇ ਪਤੀ ਨੇ ਇਹ ਗੱਲ ਸੁਣੀ ਤਾਂ ਹੈਰਾਨ ਹੋ ਗਏ। ਮੇਰੀ ਸੱਸ ਕਹਿਣ ਲੱਗੀ, ਕੁਝ ਨਹੀਂ ਪ੍ਰਗਟ ਪੁੱਤ, ਮੈਂ ਤੈਨੂੰ ਸਾਰੀ ਗੱਲ ਦੱਸਦੀ ਹਾਂ। ਮੈਨੂੰ ਕੱਲ੍ਹ ਹੀ ਸਰਬੀ ਵਾਸਤੇ ਇੱਕ ਰਿਸ਼ਤੇ ਦੀ ਦੱਸ ਪਈ ਸੀ। ਤਾਂ ਮੈਂ ਜ਼ਿਆਦਾ ਗੱਲ ਨੂੰ ਨਾ ਵਧਾਉਂਦੇ ਹੋਏ ਮੈਂ ਕਿਹਾ ਕਿ ਇਸ ਦੇ ਹਰ ਇੱਕ ਰਿਸ਼ਤੇ ਵਿੱਚ ਕੋਈ ਨਾ ਕੋਈ ਅੜਚਨ ਆ ਜਾਂਦੀ ਹੈ। ਤਾਂ ਇਸ ਬਾਰੇ ਮੈਂ ਜ਼ਿਆਦਾ ਨਾ ਸੋਚਿਆ ਤੇ ਉਹਨਾਂ ਨੂੰ ਵੀ ਇਹ ਮਨਜ਼ੂਰ ਸੀ। ਜਦੋਂ ਮੇਰੀ ਸੱਸ ਨੇ ਇਹ ਕਿਹਾ ਤਾਂ ਮੇਰੇ ਪਤੀ ਨੇ ਕਿਹਾ ਕਿ ਤੁਸੀਂ ਮੈਨੂੰ ਤਾਂ ਜਿਉਂਦੇ ਹੀ ਮਾਰ ਦਿੱਤਾ। ਤੁਸੀਂ ਮੇਰੇ ਨਾਲ ਇੱਕ ਵਾਰ ਤਾਂ ਗੱਲ ਕਰਦੇ। ਮੇਰੀ ਭੈਣ ਦਾ ਵਿਆਹ ਹੋ ਗਿਆ ਤੇ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ। ਮੇਰੇ ਪਤੀ ਬਹੁਤ ਗੁੱਸੇ ਹੋਏ ਤੇ ਉਹਨਾਂ ਨੇ ਰਾਤ ਨੂੰ ਰੋਟੀ ਵੀ ਨਾ ਖਾਧੀ ਤੇ ਨਾ ਹੀ ਮੰਮੀ ਨੂੰ ਬੁਲਾਇਆ। ਮੈਂ ਪ੍ਰਗਟ ਨੂੰ ਬਹੁਤ ਸਮਝਾਇਆ ਕਿ ਇਸ ਸਭ ਦੀ ਜ਼ਿੰਮੇਵਾਰ ਮੰਮੀ ਹੈ, ਤੁਸੀਂ ਟੈਨਸ਼ਨ ਨਾ ਲਵੋ। ਜੇ ਕੁਝ ਵੀ ਦੀਦੀ ਨਾਲ ਮਾੜਾ ਹੋਇਆ ਤਾਂ ਉਹ ਆਪੇ ਹੀ ਸੰਭਾਲਣਗੇ। ਪਰ ਪ੍ਰਗਟ ਨੇ ਮੈਨੂੰ ਵੀ ਕੁਝ ਨਾ ਕਿਹਾ। ਅਗਲੇ ਦਿਨ ਜਦੋਂ ਪ੍ਰਗਟ ਕੰਮ 'ਤੇ ਚਲੇ ਗਏ ਤਾਂ ਮੰਮੀ ਨੇ ਮੈਨੂੰ ਕਿਹਾ ਕਿ ਮੈਂ ਸਰਬੀ ਨੂੰ ਮਿਲਣ ਲਈ ਜਾ ਰਹੀ ਹਾਂ ਉਹਦੇ ਸਹੁਰੇ ਘਰ। ਮੈਂ ਮੰਮੀ ਨੂੰ ਕਿਹਾ, ਮੈਂ ਵੀ ਤੁਹਾਡੇ ਨਾਲ ਜਾਵਾਂਗੀ ਤੇ ਦੀਦੀ ਨੂੰ ਮਿਲ ਕੇ ਆਵਾਂਗੀ। ਫਿਰ ਅੱਗੋਂ ਜੋ ਮੇਰੀ ਸੱਸ ਨੇ ਕਿਹਾ, ਮੈਂ ਉਹ ਸੁਣ ਕੇ ਹੈਰਾਨ ਰਹਿ ਗਈ। ਮੰਮੀ ਮੈਨੂੰ ਕਹਿੰਦੇ ਕਿ ਤੂੰ ਕਦੇ ਵੀ ਉਸਦੇ ਸਹੁਰੇ ਘਰ ਨਹੀਂ ਜਾਵੇਂਗੀ ਤੇ ਇਹ ਆਪਣੇ ਦਿਮਾਗ ਵਿੱਚੋਂ ਕੱਢ ਦੇ। ਜੇ ਤੂੰ ਉਸਦੇ ਸਹੁਰੇ ਘਰ ਉਸਨੂੰ ਮਿਲਣ ਗਈ ਤਾਂ ਮੈਂ ਤੈਨੂੰ ਆਪਣੇ ਪੁੱਤ ਤੋਂ ਤਲਾਕ ਦਿਵਾ ਦੇਵਾਂਗੀ। ਪ੍ਰਗਟ ਤਾਂ ਪਹਿਲਾਂ ਹੀ ਆਪਣੀ ਮੰਮੀ ਦਾ ਕਹਿਣਾ ਮੰਨਦੇ ਸੀ। ਫਿਰ ਮੈਂ ਆਪਣੇ ਦਿਮਾਗ ਵਿੱਚ ਸੋਚਿਆ ਕਿ ਮੈਂ ਕਿਸੇ ਤੋਂ ਕੀ ਲੈਣਾ, ਉਹ ਜਿੱਥੇ ਮਰਜ਼ੀ ਰਵੇ। ਵੈਸੇ ਵੀ ਉਹ ਤਾਂ ਮੈਨੂੰ ਤੰਗ ਹੀ ਕਰਦੀ ਸੀ। ਪਰ ਮੇਰੇ ਹਰ ਵੇਲੇ ਇਹੀ ਦਿਮਾਗ ਵਿੱਚ ਰਹਿੰਦਾ ਕਿ ਸਰਬੀ ਦਾ ਵਿਆਹ ਕਿੱਥੇ ਹੋਇਆ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਮੰਮੀ ਆਪਣੇ ਕਮਰੇ ਵਿੱਚ ਬੈਠੀ ਸੀ ਤੇ ਮੈਂ ਜਦੋਂ ਉਹਨਾਂ ਨੂੰ ਚਾਹ ਫੜਾਉਣ ਗਈ ਤਾਂ ਮੈਂ ਜੋ ਦੇਖਿਆ, ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਦੀਦੀ ਦੇ ਪਤੀ ਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ। ਮੈਂ ਮੰਮੀ ਨੂੰ ਚਾਹ ਫੜਾ ਕੇ ਰੋਂਦੀ ਰੋਂਦੀ ਘਰ ਦੇ ਬਾਹਰ ਨਿਕਲ ਗਈ ਅਤੇ ਆਪਣੇ ਪੇਕੇ ਘਰ ਚਲੀ ਗਈ। ਮੇਰੀ ਮਾਂ ਨੇ ਗੇਟ ਖੋਲ੍ਹਿਆ ਤੇ ਮੈਂ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ। ਮੈਂ ਮੰਮੀ ਨੂੰ ਕਿਹਾ ਕਿ ਪਾਪਾ ਕਿੱਥੇ ਨੇ? ਉਹ ਕਹਿੰਦੀ ਕਿ ਗੱਲ ਕੀ ਹੋਈ ਆ, ਤੂੰ ਇੰਨਾ ਗੁੱਸੇ ਵਿੱਚ ਕਿਉਂ ਹੈ? ਪਾਪਾ ਤੇਰੇ ਕੰਮ 'ਤੇ ਗਏ ਨੇ, ਆਉਣ ਵਾਲੇ ਨੇ। ਮੈਂ ਓਨਾ ਟਾਈਮ ਚੁੱਪ ਕਰਕੇ ਬੈਠ ਗਈ ਤੇ ਜਦੋਂ ਪਾਪਾ ਘਰ ਆਏ ਤਾਂ ਮੈਂ ਪਾਪਾ ਨੂੰ ਦੇਖ ਕੇ ਗੁੱਸੇ ਵਿੱਚ ਕਿਹਾ ਕਿ ਪਾਪਾ, ਤੁਸੀਂ ਜੋ ਮੇਰੀ ਮਾਂ ਨੂੰ ਧੋਖਾ ਦਿੱਤਾ ਠੀਕ ਨਹੀਂ ਕੀਤਾ। ਤਾਂ ਪਾਪਾ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਕਿ ਕੀ ਹੋਇਆ ਤੈਨੂੰ? ਮੈਂ ਤੇਰੀ ਮਾਂ ਨੂੰ ਕਦੋਂ ਧੋਖਾ ਦਿੱਤਾ? ਮੈਂ ਕੀ ਕੀਤਾ? ਤਾਂ ਮੈਂ ਕਿਹਾ ਕਿ ਤੁਸੀਂ ਸਰਬੀ ਨਾਲ ਵਿਆਹ ਕਿਉਂ ਕਰਵਾਇਆ? ਪਾਪਾ ਮੇਰੀ ਗੱਲ ਸੁਣ ਕੇ ਘਬਰਾ ਗਏ ਤੇ ਮੇਰੀ ਮੰਮੀ ਇਹ ਗੱਲ ਸੁਣ ਕੇ ਡਿੱਗ ਪਏ। ਮੈਂ ਮੰਮੀ ਨੂੰ ਪਾਣੀ ਪਿਆਇਆ ਤੇ ਬੈੱਡ 'ਤੇ ਪਾ ਦਿੱਤਾ। ਮੇਰੇ ਪਾਪਾ ਕਹਿਣ ਲੱਗੇ ਕਿ ਮੈਂ ਕਿਸੇ ਨੂੰ ਧੋਖਾ ਨਹੀਂ ਦਿੱਤਾ, ਤੁਸੀਂ ਮੇਰੀ ਸਾਰੀ ਗੱਲ ਤਾਂ ਸੁਣ ਲਓ। ਮੈਂ ਕਿਹਾ, ਪਾਪਾ ਜਦੋਂ ਤੁਸੀਂ ਮੇਰੀ ਸੱਸ ਨਾਲ ਵੀਡੀਓ ਕਾਲ ਕਰ ਰਹੇ ਸੀ ਤਾਂ ਤੁਸੀਂ ਸਰਬੀ ਦੇ ਪਿੱਛੇ ਖੜ੍ਹੇ ਸੀ। ਤਾਂ ਉਸਨੇ ਕਿਹਾ, ਹਾਂ ਮੈਂ ਪਿੱਛੇ ਖੜ੍ਹਾ ਸੀ, ਮੈਂ ਉੱਥੇ ਤੇਰੀ ਨਨਾਣ ਨੂੰ ਮਿਲਣ ਲਈ ਗਿਆ ਸੀ ਕਿਉਂਕਿ ਉਸਦਾ ਰਿਸ਼ਤਾ ਮੈਂ ਹੀ ਕਰਵਾਇਆ ਹੈ, ਤੇਰੀ ਸਹੇਲੀ ਰਾਜਵੀਰ ਦੇ ਭਰਾ ਦੇ ਨਾਲ। ਸਰਬੀ ਬਹੁਤ ਵਧੀਆ ਕੁੜੀ ਹੈ ਤੇ ਰਾਜਵੀਰ ਦਾ ਭਰਾ ਤੇ ਸਰਬੀ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਸੀ। ਤਾਂ ਮੈਂ ਪਾਪਾ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਸਰਬੀ ਦੀ ਉਮਰ 37 ਸਾਲ ਤੇ ਰਾਜਵੀਰ ਦੇ ਭਰਾ ਦੀ ਉਮਰ 27 ਸਾਲ। ਇੰਨਾ ਫਰਕ ਥੋੜ੍ਹਾ ਹੁੰਦਾ। ਨਾਲੇ ਸਰਬੀ ਤਾਂ ਇੱਕ ਲੜਾਕੀ ਕੁੜੀ ਹੈ
ਤੇ ਮੇਰੇ ਪਾਪਾ ਨੇ ਕਿਹਾ ਕਿ ਮੈਨੂੰ ਇੱਕ ਦਿਨ ਰਾਜਵੀਰ ਦੇ ਭਰਾ ਕਰਨਵੀਰ ਨੇ ਦੱਸਿਆ ਕਿ ਉਹ ਸਰਬੀ ਨੂੰ ਪਸੰਦ ਕਰਦਾ ਹੈ, ਕਿਉਂਕਿ ਉਹ ਕਈ ਵਾਰ ਆਪਣੀ ਭੈਣ ਰਾਜਵੀਰ ਨੂੰ ਆਪਣੇ ਘਰੇ ਛੱਡਣ ਲਈ ਆਇਆ ਸੀ ਤੇ ਉਦੋਂ ਤੋਂ ਹੀ ਉਹ ਸਰਬੀ ਨੂੰ ਜਾਣਦਾ ਹੈ। ਫਿਰ ਮੈਂ ਤੇਰੇ ਬਾਰੇ ਸੋਚਿਆ, ਤੇਰੀ ਤੇ ਸਰਬੀ ਦੀ ਆਪਸ ਵਿੱਚ ਸਾਰਾ ਦਿਨ ਲੜਾਈ ਹੁੰਦੀ ਰਹਿੰਦੀ ਹੈ। ਮੈਂ ਕਰਨਵੀਰ ਨੂੰ ਕਿਹਾ ਕਿ ਸਰਬੀ ਬਹੁਤ ਗੁੱਸੇ ਵਾਲੇ ਸੁਭਾਅ ਦੀ ਕੁੜੀ ਹੈ, ਤਾਂ ਕਰਨਵੀਰ ਨੇ ਮੈਨੂੰ ਕਿਹਾ, ਨਹੀਂ ਅੰਕਲ, ਤੁਸੀਂ ਬੇਫਿਕਰ ਹੋ ਜਾਓ, ਮੈਂ ਸਰਬੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਬਹੁਤ ਵਧੀਆ ਸੁਭਾਅ ਦੀ ਹੈ। ਮੈਂ ਤੁਹਾਨੂੰ ਦੱਸ ਤਾਂ ਦਿੰਦਾ, ਪਰ ਤੂੰ ਇਸ ਰਿਸ਼ਤੇ ਦੇ ਪੂਰੀ ਤਰ੍ਹਾਂ ਖਿਲਾਫ ਸੀ ਤੇ ਤੇਰੀ ਮਾਂ ਵੀ ਸਰਬੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਇਸੇ ਕਰਕੇ ਮੈਂ ਅਤੇ ਤੇਰੀ ਸੱਸ ਦੋਹਾਂ ਨੇ ਸਲਾਹ ਕਰਕੇ ਸਰਬੀ ਤੇ ਕਰਨਵੀਰ ਦਾ ਵਿਆਹ ਕਰ ਦਿੱਤਾ। ਮੈਂ ਪਾਪਾ ਨਾਲ ਬਹੁਤ ਗੁੱਸੇ ਹੋਈ ਕਿ ਤੁਸੀਂ ਇਹ ਰਿਸ਼ਤਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਤਾਂ ਲੈਂਦੇ, ਤਾਂ ਮੇਰੇ ਪਾਪਾ ਨੇ ਕਿਹਾ, ਮੈਂ ਜੋ ਕੀਤਾ ਠੀਕ ਕੀਤਾ ਹੈ। ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰ ਆ ਗਈ। ਮੈਂ ਘਰ ਆ ਕੇ ਪ੍ਰਗਟ ਨੂੰ ਸਾਰੀ ਸੱਚਾਈ ਦੱਸੀ। ਪਹਿਲਾਂ ਤਾਂ ਉਹ ਘਬਰਾ ਗਏ, ਫਿਰ ਉਹਨਾਂ ਦੇ ਚਿਹਰੇ 'ਤੇ ਅਚਾਨਕ ਮੁਸਕਰਾਹਟ ਆ ਗਈ, ਪਰ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਪਰ ਇੱਕ ਗੱਲ ਸੀ, ਜਿਸ ਦਿਨ ਦਾ ਸਰਬੀ ਦਾ ਵਿਆਹ ਹੋਇਆ ਸੀ, ਉਸ ਦਿਨ ਤੋਂ ਬਾਅਦ ਮੇਰੀ ਸੱਸ ਦੇ ਸੁਭਾਅ ਅਤੇ ਸਰਬੀ ਦੇ ਸੁਭਾਅ ਵਿੱਚ ਬਹੁਤ ਫਰਕ ਸੀ। ਮੇਰੀ ਸਹੇਲੀ ਰਾਜਵੀਰ ਵੀ ਸਰਬੀ ਨੂੰ ਆਪਣੀ ਭਾਬੀ ਬਣਾ ਕੇ ਕਾਫੀ ਖੁਸ਼ ਸੀ। ਸਰਬੀ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ, ਪਰ ਮੇਰੇ ਦਿਲ ਵਿੱਚ ਬਹੁਤ ਗੁੱਸਾ ਸੀ। ਫਿਰ ਮੇਰੇ ਪਾਪਾ ਨੇ ਮੈਨੂੰ ਇੱਕ ਦਿਨ ਫੋਨ ਕਰਿਆ ਤੇ ਕਿਹਾ ਕਿ ਪੁੱਤ, ਜਦੋਂ ਤੇਰੀ ਸਹੇਲੀ ਆਪਣੇ ਭਰਾ ਦੇ ਵਿਆਹ ਲਈ ਖੁਸ਼ ਹੈ ਅਤੇ ਕਰਨਵੀਰ ਤੇ ਸਰਬੀ ਵੀ ਦੋਵੇਂ ਖੁਸ਼ ਹਨ, ਤਾਂ ਤੂੰ ਕਿਉਂ ਦੁਖੀ ਹੁੰਦੀ ਹੈ। ਫਿਰ ਮੈਂ ਪਾਪਾ ਦੀ ਗੱਲ ਨੂੰ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਤੇ ਉਸ ਤੋਂ ਬਾਅਦ ਮੈਂ ਕਰਨਵੀਰ ਤੇ ਸਰਬੀ ਦੇ ਬਾਰੇ ਸੋਚਣਾ ਛੱਡ ਦਿੱਤਾ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਬਟਨ ਜ਼ਰੂਰ ਦਬਾ ਦੇਣਾ, ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਨਵੀਆਂ ਅਤੇ ਦਿਲਚਸਪ ਕਹਾਣੀਆਂ ਦਾ ਆਨੰਦ ਮਾਣ ਸਕੋ। ਪੂਰੀ ਕਹਾਣੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਜਲਦ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ। ਧੰਨਵਾਦ ਜੀ।